ਆਪ ਸਭ ਨੂੰ ਬਲਜੀਤ ਕੌਰ ਲੁਧਿਆਣਵੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਅੱਜ ਹਾਜ਼ਰ ਹਾਂ ਜੀ ਤੁਹਾਡੇ ਲਈ ਕਹਾਣੀਕਾਰ ਭੁਪਿੰਦਰ ਸਿੰਘ ਮਾਨ ਜੀ ਦੀ ਕਲਮ ਤੋਂ ਲਿਖੀ ਹੋਈ ਕਹਾਣੀ ਗਹਿਣਾ ਲੈ ਕੇ। ਭੁਪਿੰਦਰ ਸਿੰਘ ਮਾਨ ਜੀ ਇੱਕ ਉੱਘੇ ਨਾਵਲਕਾਰ ਅਤੇ ਕਹਾਣੀਕਾਰ ਹਨ। ਉਹਨਾਂ ਨੇ ਹਾਲ ਹੀ 'ਚ ਟਿੱਕਰੀ ਬਾਰਡਰ ਤੇ ਆਪਣੀ ਕਿਤਾਬ ਜਾਂਬਾਜ਼ ਰਿਲੀਜ਼ ਕੀਤੀ ਹੈ। ਇਹ ਨਾਵਲ ਪੀਲੀ ਪੱਤਰਕਾਰਾਂ ਦੀ ਪੋਲ ਖੋਲ੍ਹਦਾ ਹੈ। ਠਰੀ ਅੱਗ ਬਣ ਰਹੇ ਲੋਕਾਂ ਵਿੱਚ ਚਿੰਗਾਰੀ ਭਰਨ ਦਾ ਕੰਮ ਕਰੇਗਾ ਇਹ ਨਾਵਲ। ਸੋ ਜੋ ਵੀ ਪਾਠਕ ਇਸ ਨਾਵਲ ਨੂੰ ਪੜ੍ਹਨ ਦਾ ਚਾਹਵਾਨ ਹੋਵੇ ਉਹ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਹੈ ਜੀ। ਤੁਹਾਡਾ ਜ਼ਿਆਦਾ ਵਕਤ ਨਾ ਲੈਂਦੀ ਹੋਈ ਪੇਸ਼ ਕਰਦੀ ਹਾਂ ਜੀ ਕਹਾਣੀ ਗਹਿਣਾ। ਪੁੱਤ, ਇਹ ਤਾਂ ਮੇਰੇ ਨਾਲ ਹੀ ਜਾਊ। ਮਾਂ ਅਕਸਰ ਹੀ ਇਹ ਸ਼ਬਦ ਵਰਤਦੀ ਸੀ ਜਦੋਂ ਸਾਡੇ ਵਿੱਚੋਂ ਕੋਈ ਇਸ ਨੂੰ ਉਤਾਰਨ ਲਈ ਆਖਦਾ ਸੀ। ਮਾਂ ਦੇ ਸਿਵੇ ਵਿੱਚੋਂ ਸਵਾਹ ਦੀ ਫਰੋਲਾ ਫਰਾਲੀ ਕਰਦੇ ਪਿਘਲ ਕੇ ਪੱਤਰੀ ਬਣੇ ਕੜੇ ਨੂੰ ਦੇਖ ਕੇ ਮਾਂ ਦੇ ਸ਼ਬਦ ਵਾਰੀ-ਵਾਰੀ ਯਾਦ ਆ ਰਹੇ ਸਨ। ਮਾਂ ਅਚਾਨਕ ਹੀ 62 ਸਾਲ ਦੀ ਉਮਰ ਵਿੱਚ ਸਦੀਵੀ ਵਿਛੋੜਾ ਦੇ ਗਈ ਸੀ। ਅਚਨਚੇਤ ਹੀ ਦਿਲ ਦੇ ਦੌਰੇ ਨਾਲ ਮਾਂ ਸਾਨੂੰ ਛੱਡ ਕੇ ਉਸ ਦੇਸ਼ ਜਾ ਬੈਠੀ ਜਿੱਥੋਂ ਕੋਈ ਵਾਪਸ ਨਹੀਂ ਆਉਂਦਾ। ਮਾਂ ਦੇ ਫੁੱਲ ਚੁਗੇ ਜਾ ਰਹੇ ਸਨ। ਇਸ ਰਸਮ ਵਿੱਚ ਰਿਸ਼ਤੇਦਾਰ, ਦੋਸਤ ਮਿੱਤਰ ਸ਼ਾਮਲ ਹੋਏ। ਕਈ ਜਣੇ ਆਸੇ-ਪਾਸੇ ਬੈਠੇ ਫੁੱਲ ਚੁਗ ਰਹੇ ਸਨ, ਪਰ ਮੈਂ ਮਾਂ ਦਾ ਪਿਘਲਿਆ ਕੜਾ ਫੜੀ ਬੈਠਾ ਉਸ ਦੇ ਕਹੇ ਸ਼ਬਦਾਂ ਨੂੰ ਵਾਰ-ਵਾਰ ਸੋਚ ਰਿਹਾ ਸੀ। ਮਾਂ 10ਵੀਂ ਤੱਕ ਪੜ੍ਹੇ ਸਨ। ਉਹ ਪੱਕੇ ਇਰਾਦੇ ਵਾਲੇ ਅਤੇ ਵਚਨਾਂ ਤੇ ਪੱਕੀ ਤਰ੍ਹਾਂ ਹੀ ਪਹਿਰਾ ਦੇਣ ਵਿੱਚ ਵਿਸ਼ਵਾਸ ਰੱਖਦੇ ਸਨ। ਖਾਣੇ ਵਿੱਚ ਵੱਖਰੇ-ਵੱਖਰੇ ਪਕਵਾਨ ਬਣਾਉਣ ਦਾ ਬਹੁਤ ਹੀ ਸ਼ੌਂਕ ਸੀ ਉਹਨਾਂ ਨੂੰ। ਉਹਨਾਂ ਲਈ ਮਹਿਮਾਨ ਭਗਵਾਨ ਦਾ ਰੂਪ ਰੱਖਦਾ ਸੀ। ਇਸੇ ਲਈ ਘਰੇ ਮੇਲੇ ਵਰਗਾ ਮਾਹੌਲ ਲੱਗਿਆ ਰਹਿੰਦਾ। ਸਾਡੇ ਪਰਿਵਾਰ ਦੀ ਤਰੱਕੀ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਜਦੋਂ ਮੈਂ ਸੁਰਤ ਸੰਭਾਲੀ ਸੀ, ਇਹ ਕੜਾ ਮਾਂ ਦੇ ਹੱਥ ਵਿੱਚ ਹੀ ਦੇਖਿਆ ਸੀ। ਛੋਟਾ ਭਰਾ ਤਾਂ ਕੋਈ ਵੀ ਚੀਜ਼ ਖਾਂਦਾ ਪੀਂਦਾ ਉਸ ਦਾ ਇੱਕ ਹੱਥ ਇਸ ਕੜੇ ਨੂੰ ਪਾਇਆ ਹੁੰਦਾ। ਛੋਟਾ ਹੋਣ ਕਰਕੇ ਉਹ ਲਾਡਲਾ ਵੀ ਜ਼ਿਆਦਾ ਸੀ। ਉਹ ਕੜੇ ਨਾਲ ਹੀ ਖੇਡਦਾ ਰਹਿੰਦਾ। ਮਾਂ ਕੰਮ ਸਮੇਂ ਕੜੇ ਨੂੰ ਉੱਪਰ ਚੜਾ ਕੇ ਕੰਮ ਕਰਦੀ। ਕਈ ਵਾਰ ਉਸ ਉੱਪਰ ਰੁਮਾਲ ਬੰਨ੍ਹ ਲੈਂਦੀ। ਅਸੀਂ ਹੈਰਾਨ ਹੁੰਦੇ ਸਾਂ ਕਿ ਮਾਂ ਇਸ ਕੜੇ ਦਾ ਇੰਨਾ ਮੋਹ ਕਿਉਂ ਕਰਦੀ ਏ। ਜਦੋਂ ਅਸੀਂ ਵੱਡੇ ਹੋਏ ਤਾਂ ਛੋਟਾ ਭਰਾ ਵੱਖ ਰਹਿਣ ਲੱਗਾ। ਹੁਣ ਕੜੇ ਨੂੰ ਫੜਨ ਦੀ ਵਾਰੀ ਮੇਰੇ ਬੱਚਿਆਂ ਦੀ ਸੀ। ਪਹਿਲਾਂ ਬੇਟੀ ਤੇ ਫਿਰ ਮੇਰਾ ਪੁੱਤਰ ਕੜੇ ਨੂੰ ਫੜ ਕੇ ਹੀ ਕੁਝ ਖਾਂਦੇ ਪੀਂਦੇ ਸੀ। ਉਹਨਾਂ ਨੂੰ ਇੰਜ ਕਰਦੇ ਦੇਖ ਮੈਨੂੰ ਮੇਰਾ ਬਚਪਨ ਯਾਦ ਆ ਜਾਂਦਾ। ਮੈਨੂੰ ਲੱਗਦਾ ਕਿ ਬੱਚਿਆਂ ਦੁਆਰਾ ਕੜੇ ਨੂੰ ਫੜਨਾ ਮਾਂ ਨੂੰ ਬਹੁਤ ਚੰਗਾ ਲੱਗਦਾ ਹੈ। ਕੜਾ ਪੁਰਾਣਾ ਹੋ ਕੇ ਬੁਰੀ ਤਰ੍ਹਾਂ ਘਸ ਚੁੱਕਿਆ ਸੀ। ਮਾਤਾ ਜੀ ਦਾ ਸਰੀਰ ਵੀ ਭਾਰਾ ਹੋ ਗਿਆ ਸੀ ਤੇ ਬਾਂਹ ਵਿੱਚ ਹੀ ਕੜਾ ਫਸਿਆ ਰਹਿੰਦਾ। ਮੈਂ ਤੇ ਮੇਰੀ ਧਰਮ ਪਤਨੀ ਨੇ ਉਹਨਾਂ ਨੂੰ ਕਈ ਵਾਰ ਇਸ ਨੂੰ ਕਟਵਾ ਕੇ ਨਵਾਂ ਕੜਾ ਪਾਉਣ ਲਈ ਆਖਿਆ ਸੀ, ਪਰ ਮਾਂ ਜੀ ਨੇ ਕਦੇ ਵੀ ਇਸ ਦੀ ਹਾਮੀ ਨਾ ਭਰੀ। ਹਮੇਸ਼ਾ ਹੀ ਕਿਹਾ ਕਿ ਹੁਣ ਤਾਂ ਇਹ ਮੇਰੇ ਨਾਲ ਸਿਵਿਆਂ 'ਚ ਜਾਊ। ਪਿਤਾ ਜੀ ਕਈ ਸਾਲ ਪਹਿਲਾਂ ਬਿਮਾਰੀ ਕਾਰਨ ਵਿਛੋੜਾ ਦੇ ਗਏ ਸਨ। ਮਾਤਾ ਉਹਨਾਂ ਦੀ ਗੱਲ ਕਰਦੀ ਅਕਸਰ ਕੜੇ ਨੂੰ ਛੂੰਹਦੀ ਰਹਿੰਦੀ ਸੀ। ਮਾਂ ਨੂੰ ਗਹਿਣੇ ਵਗੈਰਾ ਪਾਉਣ ਦਾ ਸ਼ੌਂਕ ਬਿਲਕੁਲ ਨਹੀਂ ਸੀ। ਉਹਨਾਂ ਦੇ ਹੱਥ ਵਿੱਚ ਸਿਰਫ ਇਹੀ ਇੱਕ ਕੜਾ ਹੁੰਦਾ ਸੀ। ਇੱਕ ਦਿਨ ਸਾਡੇ ਵੱਲੋਂ ਕਿਤੇ ਕੜੇ ਕਟਵਾਉਣ ਦੀ ਜਿੱਦ ਨੇ ਉਹਨਾਂ ਨੂੰ ਕੜੇ ਦੀ ਕਹਾਣੀ ਸੁਣਾਉਣ ਲਈ ਮਜਬੂਰ ਕਰ ਦਿੱਤਾ। ਉਹਨਾਂ ਨੇ ਗੱਲ ਦੱਸੀ ਕਿ ਮਾਤਾ ਜੀ ਦਾ ਵਿਆਹ ਹੋਇਆ ਤਾਂ ਸਾਡੇ ਨਾਨਕਿਆਂ ਨੇ ਖੂਬ ਸੋਨੇ ਦੇ ਗਹਿਣੇ ਦਿੱਤੇ ਸਨ। ਸਾਡੀ ਮਾਂ 2 ਭਰਾਵਾਂ ਦੀ ਛੋਟੀ ਲਾਡਲੀ ਭੈਣ ਸੀ। ਨਾਨਾ ਜੀ ਤਾਂ ਮਾਂ ਜੀ ਦੇ ਬਚਪਨ ਵਿੱਚ ਹੀ ਗੁਜ਼ਰ ਗਏ ਸਨ।
ਇਸ ਕਰਕੇ ਮਾਮਾ ਜੀ ਹੋਰਾਂ ਨੇ ਕੋਈ ਕਸਰ ਬਾਕੀ ਨਾ ਛੱਡੀ। ਸਾਡੇ ਦੋਵਾਂ ਮਾਮਿਆਂ ਨੇ ਆਨੰਦ ਕਾਰਜ ਦੀ ਰਸਮ ਸਮੇਂ ਪਿਤਾ ਜੀ ਅਤੇ ਮਾਤਾ ਜੀ ਨੂੰ ਇੱਕ ਇੱਕ ਕੜਾ ਪਹਿਨਾਇਆ ਸੀ। ਮਾਤਾ ਜੀ ਦਾ ਉਸ ਕੜੇ ਨਾਲ ਉਸ ਸਮੇਂ ਹੀ ਲਗਾਅ ਹੋ ਗਿਆ ਸੀ। ਪਿਤਾ ਜੀ ਦਾ ਤਾਂ ਪਤਾ ਨਹੀਂ ਕਦੋਂ ਕੜਾ ਲਾ ਦਿੱਤਾ ਸੀ, ਪਰ ਮਾਤਾ ਜੀ ਨੇ ਉਸ ਦਾ ਕਦੇ ਵਿਸਾਰ ਨਹੀਂ ਕੀਤਾ। ਉਹਨਾਂ ਨੇ ਦੱਸਿਆ, ਪੁੱਤ ਮੈਂ ਤੇਰੇ ਪਿਤਾ ਜੀ ਨੂੰ ਪਹਿਲਾਂ ਨਹੀਂ ਦੇਖਿਆ ਸੀ। ਜਦੋਂ ਤੇਰੇ ਮਾਮਾ ਜੀ ਕੜਾ ਪਾ ਰਹੇ ਸੀ ਤਾਂ ਮੈਂ ਇਹਨਾਂ ਦੀ ਇੱਕ ਝਲਕ ਵੇਖੀ ਅਤੇ ਉਸ ਤੋਂ ਬਾਅਦ ਸਦਾ ਲਈ ਪਤਨੀ ਧਰਮ ਨਿਭਾਉਣ ਦਾ ਪ੍ਰਣ ਕਰ ਲਿਆ ਸੀ। 60 ਸਾਲ ਦੀ ਉਮਰ ਵਿੱਚ ਵੀ ਮਾਂ ਦੇ ਚਿਹਰੇ ਤੇ ਮੁਸਕਾਨ ਦੌੜ ਗਈ ਸੀ। ਸ਼ਾਇਦ ਉਹਨਾਂ ਨੂੰ ਉਹ ਪਲ ਯਾਦ ਆ ਗਏ ਸੀ। ਉਹਨਾਂ ਗੱਲ ਪੂਰੀ ਕੀਤੀ, ਇਹ ਕੜਾ ਹਮੇਸ਼ਾ ਕੋਲ ਰੱਖਣ ਦਾ ਕੌਲ ਆਪਣੇ ਆਪ ਹੀ ਹੋ ਗਿਆ। ਪੁੱਤ ਕਬੀਲਦਾਰੀ ਵਿੱਚ ਬਥੇਰੀਆਂ ਹਵਾਵਾਂ ਵਗੀਆਂ, ਜ਼ਮੀਨਾਂ ਦੇ ਮੁਕੱਦਮੇ ਚੱਲੇ, ਲੜਾਈਆਂ ਹੋਈਆਂ, ਪਰ ਪੁੱਤਰ ਮੈਂ ਕਦੇ ਤੇਰੇ ਪਿਤਾ ਜੀ ਨੂੰ ਇਸ ਲਈ ਮਾੜਾ ਨਹੀਂ ਕਿਹਾ, ਸਗੋਂ ਹਰ ਵਾਰ ਹਰ ਮੁਸੀਬਤ ਇਕੱਠਿਆਂ ਹੀ ਚੱਲੀ। ਇਹ ਕਹਿੰਦੇ ਉਹ ਅਤੀਤ ਵਿੱਚ ਚਲੇ ਗਏ। ਬੇਟੀ ਨੇ ਕਿਹਾ, ਛੱਡੋ ਦਾਦੀ ਜੀ, ਹੁਣ ਸੋਹਣਾ ਜਿਹਾ ਸੋਨੇ ਦਾ ਕੜਾ ਪਾ ਲਵੋ। ਮਾਂ ਨੇ ਨਾ ਵਿੱਚ ਸਿਰ ਹਿਲਾਉਂਦੇ ਕਿਹਾ, ਨਾ ਧੀਏ, ਇਹ ਕੜਾ ਮੇਰੇ ਲਈ ਬੇਸ਼ਕੀਮਤੀ ਹੈ। ਇਸ ਤੋਂ ਸੋਹਣਾ ਤਾਂ ਹੋਰ ਕੋਈ ਗਹਿਣਾ ਮੇਰੇ ਲਈ ਹੋ ਹੀ ਨਹੀਂ ਸਕਦਾ। ਮਾਤਾ ਜੀ ਦੀ ਗੱਲ ਸੁਣ ਕੇ ਅਸੀਂ ਸਾਰੇ ਭਾਵੁਕ ਹੋ ਗਏ। ਫਿਰ ਕਿਸੇ ਨੇ ਕੜੇ ਨੂੰ ਕਟਵਾਉਣ ਦੀ ਕਦੇ ਜਿੱਦ ਨਹੀਂ ਕੀਤੀ। ਅੰਤਮ ਯਾਤਰਾ ਸਮੇਂ ਜਦੋਂ ਕੜਾ ਲਾਹੁਣ ਦੀ ਗੱਲ ਤੁਰੀ ਤਾਂ ਮੇਰੀ ਧਰਮ ਪਤਨੀ ਨੇ ਉਹਨਾਂ ਦੀ ਗੱਲ ਦਾ ਜ਼ਿਕਰ ਇਹ ਕਰਕੇ ਮਨਾ ਕਰ ਦਿੱਤਾ ਸੀ। ਉਸ ਦਿਨ ਫਿਰ ਮੈਂ ਉਹੀ ਪੱਤਰੀ ਬਣਿਆ ਕੜਾ ਹੱਥ ਵਿੱਚ ਫੜੀ ਸੋਚ ਰਿਹਾ ਸੀ। ਜਦੋਂ ਸਮਾਜ ਵਿੱਚ ਪ੍ਰੇਮ ਵਿਵਾਹ ਅਤੇ ਦੂਜੇ ਵਿਆਹ ਧੜਾ ਧੜ ਟੁੱਟ ਰਹੇ ਸਨ, ਸਮਾਜ ਵਿਖਰ ਰਿਹਾ ਹੈ, ਉੱਥੇ ਮੇਰੇ ਮਾਤਾ ਜੀ ਦੀ ਪੀੜ੍ਹੀ ਦੀਆਂ ਕਿੰਨੀਆਂ ਔਰਤਾਂ ਨੇ ਇਸੇ ਤਰ੍ਹਾਂ ਹੀ ਆਪਣੇ ਧਰਮ ਨੂੰ ਨਿਭਾ ਦਿੱਤਾ। ਅਜਿਹੀਆਂ ਆਸਥਾਵਾਂ ਪਰਿਵਾਰ ਨੂੰ ਜੋੜੀ ਰੱਖਦੀਆਂ ਹਨ। ਮੈਂ ਉਸ ਪਿਘਲੇ ਹੋਏ ਕੜੇ ਨੂੰ ਫੁੱਲਾਂ ਵਾਲੀ ਥੈਲੀ ਵਿੱਚ ਪਾਉਣ ਦੀ ਬਜਾਏ ਕਦੋਂ ਚੁੱਪਚਾਪ ਘਰ ਲਿਆਉਣ ਲਈ ਜੇਬ ਵਿੱਚ ਪਾ ਲਿਆ, ਮੈਨੂੰ ਪਤਾ ਹੀ ਨਹੀਂ ਲੱਗਿਆ। ਪਿਆਰੇ ਸਰੋਤਿਓ, ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ? ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਜੀ, ਅਤੇ ਇਸ ਕਹਾਣੀ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸ਼ੇਅਰ ਕਰਨਾ। ਪੇਸ਼ ਹੋਵਾਂਗੇ ਜੀ ਫਿਰ ਨਵੀਂ ਕਹਾਣੀ ਨਵੀਂ ਕਵਿਤਾ ਨਾਲ। ਉਦੋਂ ਤੱਕ ਰੱਬ ਰਾਖਾ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ। ਸਤਿ ਸ਼੍ਰੀ ਅਕਾਲ ਜੀ।